Hello everyone, welcome to my channel Victor's Knowledge. This is Chinu Sharma and I'm back with another month's Punjab State Current Affairs. So in this video, I shall be talking about all important current affairs from the month of June 2020. And also one more thing, if you have any suggestions related to any topic or you have any feedback, please feel free to write in the comment box. So let's get started with our current affairs. So our first news is Malerkotla police launch camp to redress residents' complaint. ਹੁਣੀ ਆਪਾਂ ਨੂੰ ਪਤਾ ਹੈ ਕਿ ਮਲੇਰਕੋਟਲਾ ਡਿਸਟ੍ਰਿਕਟ ਬਣਿਆ ਤੇ ਉਰੇ ਜਿਹੜੇ ਆਪਣੇ ਪਹਿਲੇ ਐਸਐਸਪੀ ਆਏ ਨੇ ਉਹਨਾਂ ਨੇ ਬਹੁਤ ਹੀ ਇੰਪੋਰਟੈਂਟ ਇੱਕ ਕੈਂਪ ਸ਼ੁਰੂ ਕੀਤਾ ਹੈ ਰਾਹਤ ਕੈਂਪ ਸਕੀਮ। ਇਹ ਡਿਸਟ੍ਰਿਕਟ ਪੁਲਿਸ ਦਾ ਕੈਂਪੇਨ ਹੈ ਜਿਹਦੇ ਅੰਦਰ ਕੀ ਜਿੰਨੇ ਵੀ ਮਲੇਰਕੋਟਲਾ ਦੇ ਜਿਹੜੇ ਰਹਿਣ ਵਾਲੇ ਲੋਕ ਨੇ ਵਸਨੀਕ ਨੇ ਉਹਨਾਂ ਨੂੰ ਜਿੰਨੀਆਂ ਵੀ ਪ੍ਰੋਬਲਮ ਸੀਗੀਆਂ ਉਹਨਾਂ ਦੀ ਕੇਸਿਸ ਦੀ ਸੁਣਵਾਈ ਨਹੀਂ ਸੀ ਹੋ ਪਾ ਰਹੀ ਪੁਲਿਸ ਸਟੇਸ਼ਨ ਦੇ ਵਿੱਚ ਉਹਨਾਂ ਦੇ ਬਹੁਤ ਸਾਰੇ ਪੈਂਡਿੰਗ ਕੰਪਲੇਂਟਸ ਪਈਆਂ ਸੀ ਸੋ ਇੱਕ ਸਪੀਡੀ ਜਸਟਿਸ ਦੇ ਲਈ ਕਿ ਉਹਨਾਂ ਦਾ ਛੇਤੀ ਤੋਂ ਛੇਤੀ ਇਨਸਾਫ ਹੋ ਸਕੇ ਉਸ ਚੀਜ਼ ਨੂੰ ਲੈ ਕੇ ਇੱਕ ਕੈਂਪੇਨ ਸਟਾਰਟ ਕੀਤਾ ਹੈ ਰਾਹਤ ਕੈਂਪ। ਸੋ ਆਪਣੇ ਨਾਮ ਯਾਦ ਰੱਖਣਾ ਹੈ ਤੇ ਇਹ ਯਾਦ ਰੱਖਣਾ ਕਿ ਇਹ ਡਿਸਟ੍ਰਿਕਟ ਪੁਲਿਸ ਮਲੇਰਕੋਟਲਾ ਵੱਲੋਂ ਸਟਾਰਟ ਕੀਤਾ ਗਿਆ। Next है Punjab to set up utility firm to supply water to rural area। ਜਿਹੜੀ ਪੰਜਾਬ ਦੀ ਕੈਬਨਿਟ ਹੈ ਉਹਨੇ ਹੁਣੀ ਅਪਰੂਵ ਕੀਤਾ ਹੈ ਇੱਕ ਨਵਾਂ ਸਪੈਸ਼ਲ ਪਰਪਸ ਵਹੀਕਲ। ਸਪੈਸ਼ਲ ਪਰਪਸ ਵਹੀਕਲ ਦੇ ਅੰਦਰ ਕੀ ਹੋਊਗਾ ਕਿ ਜਿੰਨੇ ਵੀ ਵਾਟਰ ਸਪਲਾਈ ਦੀਆਂ ਸਕੀਮ ਨੇ ਸਟੇਟਸ ਦੇ ਵਿੱਚ ਉਹਨਾਂ ਨੂੰ ਵੱਡੇ ਲੈਵਲ ਤੇ ਵਿਲੇजेस ਤੱਕ ਪਹੁੰਚਾਇਆ ਜਾਊਗਾ। ਉਹ ਸਕੀਮਸ ਦੀ ਜਿਹੜੀ ਐਪਲੀਕੇਸ਼ਨ ਹੈ ਆਪਰੇਸ਼ਨ ਹੈ ਉਹ ਵਿਲੇजेस ਤੱਕ ਕਰਵਾਈ ਜਾਊਗੀ ਜਿਹਦੇ ਨਾਲ ਕਿ ਜਿਹੜੇ ਰੂਰਲ ਏਰੀਆਜ਼ ਨੇ ਉੱਥੇ ਪਾਣੀ ਦੀ ਸਪਲਾਈ ਦੀ ਯੂਟਿਲਿਟੀ ਹੈ ਜਿਹੜੀ ਉਹ ਪ੍ਰੋਪਰ ਹੋ ਸਕੇ ਉੱਥੇ ਪਹੁੰਚ ਸਕੇ ਕਿਸੇ ਨੂੰ ਕੋਈ ਦਿੱਕਤ ਨਾ ਆਵੇ। ਸੋ ਇਸ ਮੂਵ ਦਾ ਏਮ ਕੀ ਹੈ ਕਿ ਸਪਲਾਈ ਆਫ ਪੋਰਟੇਬਲ ਵਾਟਰ ਇਹਦੀ ਸ਼ੋਰਿਟੀ ਇੱਕ ਲੌਂਗ ਟਰਮ ਬੇਸਿਸ ਦੇ ਉੱਤੇ ਜਿੱਥੇ ਜਿੱਥੇ ਵੀ ਪਾਣੀ ਦੀ ਜਿਹੜੀ ਕੁਆਲਿਟੀ ਹੈ ਉਹਨੂੰ ਲੈ ਕੇ ਦਿੱਕਤ ਹੈ ਉੱਥੇ ਇੱਕ ਸਹੀ ਤਰ੍ਹਾਂ ਦਾ ਪਾਣੀ ਲੌਂਗ ਟਰਮ ਮਤਲਬ ਇਹ ਨਹੀਂ ਕਿ ਆਪਾਂ ਇੱਕ ਵਾਰੀ ਉੱਥੇ ਮੁਹੱਈਆ ਕਰਵਾਤਾ ਉਸ ਤੋਂ ਬਾਅਦ ਉਹਦੀ ਸਪਲਾਈ ਰੋਕ ਦਿੱਤੀ ਜਾਵੇ ਜਾਂ ਕੋਈ ਚੈੱਕ ਨਾ ਹੋਵੇ। ਸੋ ਲੌਂਗ ਟਰਮ ਬੇਸਿਸ ਦੇ ਉੱਤੇ ਆਪਾਂ ਨੇ ਪਾਣੀ ਦੀ ਸਪਲਾਈ ਨੂੰ ਸਹੀ ਤਰੀਕੇ ਨਾਲ ਇਨਸ਼ੋਰ ਕਰ ਰਹੇ ਹਾਂ ਇਹ ਸਕੀਮ ਦੇ ਅੰਡਰ। ਸੋ ਇਹ ਪਹਿਲੀ ਹੈ ਜੀ ਸਕੀਮ ਹੈ ਇੰਡੀਆ ਦੇ ਵਿੱਚ ਜਿਹਦੇ ਅੰਡਰ ਕੀ ਜਿਹੜੀ ਵਾਟਰ ਸਪਲਾਈ ਤੇ ਸੈਨੀਟੇਸ਼ਨ ਡਿਪਾਰਟਮੈਂਟ ਹੈ ਉਹ ਰੂਰਲ ਏਰੀਆਜ਼ ਦੇ ਵਿੱਚ ਸਪੈਸ਼ਲੀ ਇਸ ਤਰ੍ਹਾਂ ਦੇ ਨਾਲ ਜਿਹੜਾ ਪੋਰਟੇਬਲ ਵਾਟਰ ਹੈ ਉਹਦੀ ਸਪਲਾਈ ਵੱਲ ਧਿਆਨ ਦੇ ਰਿਹਾ। ਸੋ ਇੰਡੀਆ ਦੀ ਫਰਸਟ ਆਫ ਇਟਸ ਕਾइंड ਐਸਪੀਵੀ ਸਪੈਸ਼ਲ ਪਰਪਸ ਵਹੀਕਲ ਯੂਟਿਲਿਟੀ ਕੰਪਨੀ ਪੰਜਾਬ ਰੂਰਲ ਵਾਟਰ ਯੂਟਿਲਿਟੀ ਕੰਪਨੀ ਇਸ ਨਾਮ ਦੀ ਇੱਕ ਕੰਪਨੀ ਹੈ ਜਿਹੜੀ ਕਿ ਇਸ ਸਕੀਮ ਨੂੰ ਇੰਪਲੀਮੈਂਟ ਕਰਵਾਉਗੀ ਰੂਰਲ ਏਰੀਆਜ਼ ਨੂੰ ਪਾਣੀ ਸਹੀ ਤਰੀਕੇ ਦੇ ਨਾਲ ਇੱਕ ਮੁਹੱਈਆ ਕਰਵਾਉਣ ਦੇ ਲਈ ਇੱਕ ਕੰਪਨੀ ਇੱਕ ਫਰਮ ਇੱਕ ਤਰ੍ਹਾਂ ਨਾਲ ਤੁਸੀਂ ਕਹਿ ਸਕਦੇ ਹੋ ਇੱਕ ਆਰਗੇਨਾਈਜੇਸ਼ਨ ਸੈਟਅਪ ਕਰਤੀ ਹੈ ਜਿਹੜੀ ਕਿ ਧਿਆਨ ਰੱਖੂਗੀ ਕਿ ਜਿੰਨੀ ਵੀ ਵਾਟਰ ਸਪਲਾਈ ਹੈ ਉਹ ਪੂਰੀ ਸਟੇਟ ਦੇ ਵਿੱਚ ਜਿੱਥੇ ਜਿੱਥੇ ਵੀ ਜ਼ਰੂਰਤ ਹੈ ਕੋਈ ਅਫੈਕਟਡ ਡਿਸਟ੍ਰਿਕਟ ਨੇ ਏਰੀਆਜ਼ ਨੇ ਵਿਲੇजेस ਨੇ ਉੱਥੇ ਪਹੁੰਚ ਸਕੇ। ਇਹਦੇ ਲਈ ਜਿਹੜਾ ਬਜਟ ਐਲੋਕੇਟ ਕੀਤਾ ਹੈ ਉਹ 25 ਕਰੋੜ ਦਾ ਬਜਟ ਐਲੋਕੇਟ ਕੀਤਾ ਹੈ ਤੇ 25 ਕਰੋੜ ਦੇ ਵਿੱਚੋਂ 64% ਵਰਲਡ ਬੈਂਕ ਆਪਾਂ ਨੂੰ ਫੰਡਿੰਗ ਕਰੂਗਾ ਤੇ 36% ਪੰਜਾਬ ਦੀ ਸਟੇਟ ਕਰੂਗੀ। ਸੋ ਇਹ ਵੀ ਇੰਪੋਰਟੈਂਟ ਹੈ ਕਿ ਵਰਲਡ ਬੈਂਕ ਇਸ ਸਕੀਮ ਨੂੰ ਲਾਂਚ ਕਰਵਾਉਣ ਦੇ ਵਿੱਚ ਹੈਲਪ ਕਰ ਰਿਹਾ। Third is Punjab Science Pact to launch use of emission trading scheme। ਪੰਜਾਬ ਨੇ ਇੱਕ ਅਗਰੀਮੈਂਟ ਸਾਈਨ ਕੀਤਾ ਹੈ। ਇਹ ਅਗਰੀਮੈਂਟ ਕਿਹਦੇ ਨਾਲ ਸਾਈਨ ਕੀਤਾ ਹੈ? ਅਬਦੁਲ ਲਤੀਫ ਜਮੀਲ ਪੋਵਰਟੀ ਐਕਸ਼ਨ ਲੈਬ ਜਿਹਨੂੰ ਆਪਾਂ ਜੇਪਾਲ ਕਹਿੰਦੇ ਆ ਸਾਊਥ ਏਸ਼ੀਆ and the Energy Policy Institute at the University of Chicago, EPIC India, to launch the use of an emission trading scheme। Basically ਇਸ ਸਕੀਮ ਦਾ ਪੰਜਾਬ ਗਵਰਨਮੈਂਟ ਦਾ ਇੱਕ ਹੀ ਏਮ ਹੈ ਕਿ ਜਿਹੜੀ ਪੰਜਾਬ ਦੇ ਵਿੱਚ ਇੰਡਸਟਰੀਅਲ 에ਅਰ ਪੋਲਿਊਸ਼ਨ ਦੀ ਪ੍ਰੋਬਲਮ ਵੱਧਦੀ ਜਾ ਰਹੀ ਹੈ ਉਸ ਪ੍ਰੋਬਲਮ ਨੂੰ ਐਡਰੈਸ ਕੀਤਾ ਜਾਵੇ। ਜਿਹੜੀ ਸਟੇਟ ਦੀ ਇੰਡਸਟਰੀ ਕਾਮਰਸ ਤੇ ਸਾਇੰਸ ਟੈਕਨੋਲੋਜੀ ਇਨਵਾਇਰਨਮੈਂਟ ਡਿਪਾਰਟਮੈਂਟ ਨੇ ਇਹ ਸਾਰੇ ਆਪਸ ਦੇ ਵਿੱਚ ਮਿਲ ਕੇ ਇੱਕ ਤਰ੍ਹਾਂ ਨਾਲ ਪੰਜਾਬ ਦੇ ਵਿੱਚੋਂ ਪੋਲਿਊਸ਼ਨ ਨੂੰ ਖਤਮ ਕਰਨ ਦੇ ਲਈ ਕੰਮ ਕਰਨਗੇ ਪਲੈਨਿੰਗ ਕਰਨਗੇ ਇੱਕ ਪ੍ਰੋਪਰ ਡਿਜ਼ਾਈਨ ਤਿਆਰ ਕਰਨਗੇ ਉਹਨਾਂ ਦੀ ਪਾਲਿਸੀਜ਼ ਤਿਆਰ ਕਰਨਗੇ। ਸੋ ਜਿਹੜੀ ਅਪਰੋਚ ਹੈ ਇਹਦੇ ਵਿੱਚ ਕੀ ਕੀਤਾ ਜਾਊ ਕੰਟੀਨਿਊਸ ਮੋਨੀਟਰਿੰਗ ਹੋ ਧਿਆਨ ਰੱਖਿਆ ਜਾਊ ਜਿਹਦੇ ਨਾਲ ਕਿ ਰੀਅਲ ਜਿਹੜਾ ਡੇਟਾ ਹੈ ਸਹੀ ਡੇਟਾ ਦਿੱਤਾ ਜਾਵੇ ਕਿ ਕਿਹੜੀ-ਕਿਹੜੀਆਂ ਜਗ੍ਹਾ ਕਿਹੜੀ-ਕਿਹੜੀ ਇੰਡਸਟਰੀਜ਼ ਦੇ ਵਿੱਚੋਂ ਜ਼ਿਆਦਾ
ਪਾਰਟੀਕੂਲੇਟ ਇਮਿਸ਼ਨਸ ਹੋ ਰਹੇ ਨੇ, ਕਾਰਬਨ ਵਗੈਰਾ ਜ਼ਿਆਦਾ ਰਿਲੀਜ਼ ਹੋ ਰਿਹਾ ਹੈ, ਕਾਰਬਨ ਮੋਨੋਆਕਸਾਈਡ ਜਿਵੇਂ। ਸੋ ਇਹ ਸਾਰੀਆਂ ਚੀਜ਼ਾਂ ਨੂੰ ਧਿਆਨ ਰੱਖਿਆ ਜਾਊਗਾ ਤੇ ਉਸ ਅਕੋਰਡਿੰਗ ਜਿਹੜੇ ਅਫੈਕਟਡ ਏਰੀਆਜ਼ ਨੇ ਜ਼ਿਆਦਾ, ਇੰਡਸਟਰੀਅਲ ਪੋਲਿਊਸ਼ਨ ਜਿੱਥੇ ਜ਼ਿਆਦਾ ਹੈ ਉਹਨਾਂ ਏਰੀਆਜ਼ ਦੇ ਵਿੱਚ ਪ੍ਰੋਪਰ ਫਿਰ ਪਲੈਨਿੰਗ ਕਰਵਾ ਕੇ ਇੰਡਸਟਰੀਅਲ 에ਅਰ ਪੋਲਿਊਸ਼ਨ ਨੂੰ ਕੰਟਰੋਲ ਕੀਤਾ ਜਾਊਗਾ। ਨੈਕਸਟ ਹੈ ਪੰਜਾਬ ਗਵਰਨਮੈਂਟ ਡਬਲ ਸੋਸ਼ਲ ਸਿਕਿਉਰਿਟੀ ਪੈਨਸ਼ਨ ਟੂ 1500। ਪਹਿਲਾਂ ਜਿਹੜੀ ਸੋਸ਼ਲ ਸਿਕਿਉਰਿਟੀ ਮੰਥਲੀ ਪੈਨਸ਼ਨ ਸੀ ਉਹ 750 ਰੁਪਏ ਸੀ, ਹੁਣ ਉਹਨੂੰ 1 ਜੁਲਾਈ ਤੋਂ 1500 ਰੁਪਏ ਕਰਤਾ, ਡਬਲ ਕਰਤਾ। ਜਿਹੜੀ ਇਹ ਨੋਟੀਫਿਕੇਸ਼ਨ ਹੈ ਡਬਲ ਕਰਨ ਦੀ, ਇਹ ਕਿਹੜੀ ਮਿਨਿਸਟਰੀ ਦੇ ਵੱਲੋਂ ਦਿੱਤੀ ਗਈ ਹੈ? ਸੋਸ਼ਲ ਸਿਕਿਉਰਿਟੀ ਵਿਮਨ ਐਂਡ ਚਾਈਲਡ ਡਿਵੈਲਪਮੈਂਟ ਡਿਪਾਰਟਮੈਂਟ। ਤੇ ਇਸ ਡਿਪਾਰਟਮੈਂਟ ਦੇ ਆਪਣੇ ਪੰਜਾਬ ਦੇ ਕੈਬਨਿਟ ਮਿਨਿਸਟਰ ਕੌਣ ਨੇ? ਅਰੁਣਾ ਚੌਧਰੀ ਜੀ। ਸੋ ਉਹਨਾਂ ਨੇ ਇਸ ਨੋਟੀਫਿਕੇਸ਼ਨ ਨੂੰ ਪਾਸ ਕਰਦੇ ਹੋਏ ਕਿਹਾ ਕਿ ਕਲੀਅਰ ਕਰ ਦਿੱਤਾ ਗਿਆ ਹੈ ਜਿਹੜਾ ਇਹ ਸਟੇਟਮੈਂਟ ਸੀ ਕਿ ਜਿਹੜੀ ਪੈਨਸ਼ਨ ਹੈ ਉਹ ਡਬਲ ਕੀਤੀ ਜਾਊਗੀ। ਤੇ ਇਹ ਕਿੰਨਾ ਲਈ ਪੈਨਸ਼ਨ ਹੈ ਸੋਸ਼ਲ ਸਿਕਿਉਰਿਟੀ ਦੀ? ओल्ड एज, हैंडीकैप्ड, विडोज, डेस्टिट्यूट विमेन, बिसाइड्स डिपेंडेंट चिल्ड्रन। ਜਿਹੜੀ ਇਹ ਡਬਲਿੰਗ ਹੈ ਮੰਥਲੀ ਪੈਨਸ਼ਨ ਦੀ 750 ਤੋਂ 1500, ਇਹਦੇ ਲਈ ਜਿਹੜਾ ਆਪਣਾ ਬਜਟ ਹੈ 2021-22 ਦਾ, ਉਹਦੇ ਵਿੱਚ ਅਲੱਗ ਤੋਂ 4000 ਕਰੋੜ ਰੁਪਏ ਐਲੋਕੇਟ ਕੀਤੇ ਗਏ ਨੇ। ਤੇ ਪਿਛਲੇ ਸਾਲ ਦੇ ਬਜਟ ਨਾਲੋਂ ਜਿਹਦੇ ਵਿੱਚ ਕੀ 2320 ਕਰੋੜ ਇੰਨੇ ਰੁਪਏ ਸੋਸ਼ਲ ਸਿਕਿਉਰਿਟੀ ਲਈ ਰੱਖੇ ਗਏ ਸੀ, ਉਹਦੇ ਤੋਂ 72% ਜ਼ਿਆਦਾ ਇਨਕਰੀਜ਼ ਕਰਕੇ 4000 ਕਰੋੜ ਦਾ ਬਜਟ ਇਸ ਸਾਲ ਐਲੋਕੇਟ ਕੀਤਾ ਹੈ। ਸੋ ਇੱਕ ਬਹੁਤ ਵਧੀਆ ਇੱਕ ਪੰਜਾਬ ਕੈਬਨਿਟ ਦੀ ਸਕੀਮ ਹੈ ਤੇ ਨਾਲ ਹੀ ਨਾਲ ਇਹਦੇ ਵਿੱਚ ਕੀ ਹੈ ਕਿ ਟੋਟਲ ਬੈਨੀਫੀਸ਼ੀਅਰੀਜ਼ ਕਿੰਨੇ ਹੋਣਗੇ? 25.55 ਲੱਖ। ਇੰਨੇ ਲੋਕਾਂ ਨੂੰ ਇਸ ਸੋਸ਼ਲ ਸਿਕਿਉਰਿਟੀ ਸਕੀਮ ਦਾ ਫਾਇਦਾ ਮਿਲੂਗਾ। ਤੇ 25.55 ਲੱਖ ਚੋਂ ਐਸਸੀ ਕੈਟੇਗਰੀ ਦੇ ਲੋਕ ਕਿੰਨੇ ਨੇ? 13 ਲੱਖ। ਤੇ ਇਹਨਾਂ ਨੂੰ 13 ਲੱਖ ਨੂੰ ਆਲਰੇਡੀ ਜਿਹੜੀ ਪੈਨਸ਼ਨ ਹੈ 2020-21 ਵਿੱਚ ਦਿੱਤੀ ਗਈ ਹੈ। ਇਹ ਨਹੀਂ ਹੈ ਕਿ ਇਸ ਸਕੀਮ ਦੇ ਅੰਦਰ ਪੈਨਸ਼ਨ ਦਿੱਤੀ ਨਹੀਂ ਜਾ ਰਹੀ, ਕਿ ਸਿਰਫ ਇਹ ਕਾਗਜ਼ਾਂ ਦੇ ਵਿੱਚ ਗੱਲ ਰਹਿ ਗਈ ਹੈ। ਜਿਹੜੀ ਇਹ ਸੋਸ਼ਲ ਸਿਕਿਉਰਿਟੀ ਬੈਨੀਫਿਟ ਸਕੀਮ ਹੈ, ਪੈਨਸ਼ਨ ਹੈ, ਇਹ ਪ੍ਰੋਪਰ ਲੋਕਾਂ ਨੂੰ ਮਿਲਦੀ ਹੈ। ਪੰਜਾਬ ਚੰਡੀਗੜ੍ਹ ਅਮੰਗ ਟੌਪ 5 ਇਨ ਪਰਫਾਰਮੈਂਸ ਗ੍ਰੇਡਿੰਗ ਇੰਡੈਕਸ, ਜਿਹਨੂੰ ਆਪਾਂ ਪੀਜੀਆਈ ਇੰਡੈਕਸ ਕਹਿੰਦੇ ਆ 2019-20। बहुत ही important question है, you must remember this for all the upcoming exams। सो ਜਿਹੜੇ एजुकेशन मिनिस्टर ने अपने इंडिया ਦੇ रमेश पोखरियाल निशंक, उन्होंने अप्रूव किया इंडेक्स परफॉर्मेंस ग्रेडिंग इंडेक्स 2019-20 ਦਾ, ਜਿਹਦੇ ਵਿੱਚ ਕਿ ਸਟੇਟਸ ਦੀ ਵੀ ਪਰਫਾਰਮੈਂਸ ਦੇਖੀ ਜਾਂਦੀ ਹੈ ਤੇ ਯੂਨੀਅਨ ਟੈਰੀਟਰੀਜ਼ ਦੀ ਵੀ, ਯੂਟੀਜ਼ ਦੀ ਵੀ। ਇਹਦੇ ਵਿੱਚ ਪੰਜਾਬ, ਚੰਡੀਗੜ੍ਹ, ਤਮਿਲਨਾਡੂ, ਅੰਡੇਮਾਨ ਨਿਕੋਬਾਰ, ਕੇਰਲਾ, ਇਹਨਾਂ ਨੂੰ ਹਾਈਐਸਟ ਗ੍ਰੇਡ ਮਿਲਿਆ A++। ਸੋ ਇਹ ਬਹੁਤ ਹੀ ਜ਼ਿਆਦਾ ਪ੍ਰਾਊਡ ਦੀ ਗੱਲ ਹੈ ਆਪਣੇ ਪੰਜਾਬ ਲਈ ਕਿ ਆਪਣੇ ਐਜੂਕੇਸ਼ਨ ਸਿਸਟਮ ਨੂੰ ਬਹੁਤ ਸਟਰੋਂਗਲੀ ਬਰਕਰਾਰ ਰੱਖਿਆ ਗਿਆ। ਈਵਨ ਇਹ ਕੋਵਿਡ-19 ਪੈਂਡੈਮਿਕ ਦੇ ਟਾਈਮ ਵੀ ਜਦੋਂ ਆਨਲਾਈਨ ਕਲਾਸਿਸ ਚੱਲ ਰਹੀਆਂ ਸੀ ਤਾਂ ਗਵਰਨਮੈਂਟ ਨੇ ਪੂਰਾ ਇਸ ਚੀਜ਼ ਵੱਲ ਧਿਆਨ ਦਿੱਤਾ ਕਿ ਬੱਚਿਆਂ ਦੀ ਪੜ੍ਹਾਈ ਖਰਾਬ ਨਾ ਹੋਵੇ। ਜਿਵੇਂ ਡੀਡੀ ਚੈਨਲ ਵਗੈਰਾ ਨੇ, ਜਿਹੜੇ ਪੰਜਾਬੀ ਚੈਨਲ ਨੇ, ਉਹਨਾਂ ਉੱਤੇ ਕਲਾਸਿਸ ਲਗਵਾਈਆਂ, ਪ੍ਰੋਪਰ ਟੀਚਰਸ ਨੂੰ ਟਾਈਮ ਟੂ ਟਾਈਮ ਗਾਈਡਲਾਈਨਸ ਦਿੱਤੀਆਂ, ਮੀਟਿੰਗਸ ਹੋਈਆਂ ਆਨਲਾਈਨ, ਵਰਚੁਅਲ ਮੀਟਿੰਗਸ ਹੋਈਆਂ। ਸੋ ਇਹ ਸਾਰੇ ਜਿਹੜੇ ਮੇਨ ਇਨੀਸ਼ੀਏਟਿਵਸ ਲਏ ਗਏ ਪੰਜਾਬ ਸਰਕਾਰ ਵੱਲੋਂ, ਇਹਨਾਂ ਦਾ ਹੀ ਕਾਰਨ ਹੈ ਕਿ ਪੰਜਾਬ ਟੌਪ ਰੈਂਕਿੰਗ ਦੇ ਵਿੱਚ ਹੈ ਐਜੂਕੇਸ਼ਨ ਦੇ ਵਿੱਚ। ਸੋ A++ ਗ੍ਰੇਡ ਮਿਲਿਆ ਪੰਜਾਬ ਨੂੰ। ਆਪਾਂ ਨੇ ਗ੍ਰੇਡ ਵੀ ਯਾਦ ਰੱਖਣਾ ਹੈ ਤੇ ਕਿਹੜੀ ਮਿਨਿਸਟਰੀ ਨੇ ਦਿੱਤਾ ਤੇ ਇੰਡੈਕਸ ਕਿਹੜਾ ਹੈ। ਇਹ 3-4 ਚੀਜ਼ਾਂ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। नेक्स्ट है LPU granted patent for fruit flavored chocolate। लवली प्रोफेशनल यूनिवर्सिटी ਨੂੰ पेटेंट मिल गया, अपना एक कॉपीराइट मिल गया ਜਿਹੜਾ ਉਹਨਾਂ ਨੇ चॉकलेट इन्वेंट ਕੀਤਾ फ्रूट फ्लेवर्ड ਦਾ। सो ਇਹ ਕੀ ਹੈ? ਜਿਹੜਾ ਆਪਣੇ ਗਵਰਨਮੈਂਟ ਆਫ ਇੰਡੀਆ ਦਾ पेटेंट ਦਾ, कॉपीराइट ਦਾ, ट्रेडमार्क ਦਾ ਜਿਹੜਾ ਆਫਿਸ ਹੈ, ਉਹਨੇ पेटेंट ਗ੍ਰਾਂਟ ਕਰਤਾ ਰਿਸਰਚਰਸ ਤੇ ਸਾਇੰਟਿਸਟ ਨੂੰ। ਕਿੱਥੇ? LPU ਦੇ ਵਿੱਚ, ਜਲੰਧਰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ। किस चीज ਲਈ? ਜਿਹੜੇ ਉਰੇ ਰਿਸਰਚਰ ਸਾਇੰਟਿਸਟ ਨੇ ਉਹਨਾਂ ਨੇ ਇੱਕ ਨਵੀਂ ਇਨੋਵੇਸ਼ਨ ਕੀਤੀ, ਇੱਕ ਕਾਰਡ ਕੱਢੀ ਹੈ। ਇਹ ਕਾਰਡ ਕਿਸ ਨਾਲ ਰਿਲੇਟਡ ਹੈ? ਚਾਕਲੇਟ ਨਾਲ ਰਿਲੇਟਡ। ਇਹਨਾਂ ਨੇ ਇੱਕ ਡਬਲ ਫਰਮੈਂਟੇਸ਼ਨ ਪ੍ਰੋਸੈਸ ਦੇ ਨਾਲ ਫਰੂਟ ਫਲੇਵਰ ਚਾਕਲੇਟ ਕੱਢਿਆ ਜਿਹਦੇ ਵਿੱਚ ਕਿ ਐਂਟੀਆਕਸੀਡੈਂਟ ਪ੍ਰੋਪਰਟੀਜ਼ ਨੇ। ਤੇ ਇੱਕ ਹੋਰ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਚੀਜ਼ ਹੈ ਕਿ ਜਿਹੜਾ ਨਵਾਂ ਪ੍ਰੋਡਕਟ ਹੈ ਇਹਨੂੰ ਖਾ ਕੇ, ਇਸ ਚਾਕਲੇਟ ਨੂੰ ਖਾ ਕੇ ਓਵਰਵੇਟ ਹੋਣ ਦਾ ਰਿਸਕ ਨਹੀਂ, ਮੋਟਾਪੇ, ਓਬੈਸਿਟੀ ਦਾ ਕੋਈ ਰਿਸਕ ਨਹੀਂ। ਸੋ ਇਹ ਬਹੁਤ ਇੰਪੋਰਟੈਂਟ ਚੀਜ਼ ਹੈ ਕਿ ਇਹਦੇ ਵਿੱਚ
ਹੈਲਥ ਜਿਹੜੇ ਬੈਨੀਫਿਟਸ ਨੇ ਉਹ ਵੀ ਧਿਆਨ ਦੇ ਵਿੱਚ ਰੱਖੇ ਗਏ ਨੇ। ਨੈਕਸਟ ਆਉਂਦਾ ਹੈ ਔਨ ਇਨਵਾਇਰਨਮੈਂਟ ਡੇ। ਇਨਵਾਇਰਨਮੈਂਟ ਡੇ ਕਿੱਦਣ ਹੈ? 5 ਜੂਨ, ਜਿਸ ਦਿਨ ਆਪਣਾ ਇਨਵਾਇਰਨਮੈਂਟ ਡੇ ਮਨਾਇਆ ਜਾਂਦਾ ਹੈ। ਪੰਜਾਬ ਦੇ ਚੀਫ ਮਿਨਿਸਟਰ ਕੈਪਟਨ ਅਮਰਿੰਦਰ ਸਿੰਘ ਜੀ ਨੇ ਇੱਕ ਨਵਾਂ ਮਿਸ਼ਨ ਰੀਵੈਂਪ ਕੀਤਾ ਹੈ, ਮਿਸ਼ਨ ਤੰਦਰੁਸਤ। So exhorting the people to make Punjab clean, green, pollution free under the revamped mission Tandurust Punjab, CM Captain Amrinder Singh emphasized the need to develop synergy amongst all departments to achieve the desired goal for safer and cleaner environment. Basically, ਉਹਨਾਂ ਨੇ ਲੋਕਾਂ ਨੂੰ ਜਾਗਰੂਕ ਕੀਤਾ ਇਸ ਸਕੀਮ ਦੇ ਥਰੂ ਕਿ ਆਪਾਂ ਨੇ ਆਪਣੇ ਪੰਜਾਬ ਨੂੰ ਕਿਵੇਂ ਸਾਫ਼ ਸੁਥਰਾ ਰੱਖਣਾ ਹੈ, ਹਰਿਆ ਭਰਿਆ ਰੱਖਣਾ ਹੈ ਤੇ ਪੋਲਿਊਸ਼ਨ ਫ੍ਰੀ ਰੱਖਣਾ ਹੈ। ਸੋ ਇਹ ਮੇਨ 3 ਏਮ ਨੇ ਇਸ ਮਿਸ਼ਨ ਦੇ, ਮਿਸ਼ਨ ਤੰਦਰੁਸਤ ਪੰਜਾਬ, ਕਿ ਆਪਾਂ ਤਾਂ ਹੀ ਸਿਹਤਮੰਦ ਤੰਦਰੁਸਤ ਰਹਿ ਸਕਦੇ ਹਾਂ ਜੇ ਆਪਣਾ ਇਨਵਾਇਰਨਮੈਂਟ ਜਿਹਦੇ ਵਿੱਚ ਆਪਾਂ ਰਹਿ ਰਹੇ ਹਾਂ ਉਹ ਸਾਫ਼ ਸੁਥਰਾ ਹੈ, ਆਪਣੀਆਂ ਸਰਾਊਂਡਿੰਗ ਸਾਫ਼ ਸੁਥਰੀਆਂ ਨੇ। ਤੇ ਇਸ ਸਕੀਮ ਦੇ ਅੰਦਰ ਜਿਹੜੇ ਪ੍ਰੋਜੈਕਟਸ ਹੋਣਗੇ ਉਹ 115 ਕਰੋੜ ਰੁਪਏ ਦੀ ਲਾਗਤ ਦੇ ਨਾਲ ਸਟਾਰਟ ਕਰਵਾਏ ਜਾਣਗੇ। So 8th current affair is Moga part of Niti Aayog's 1 billion saplings project। ਆਪਾਂ ਨੂੰ ਪਤਾ ਹੈ ਕਿ ਨੀਤੀ ਆਯੋਗ ਕੀ ਹੈ? ਇੱਕ ਪਲਾਨਿੰਗ ਕਮਿਸ਼ਨ ਨੂੰ ਰਿਪਲੇਸ ਕਰਕੇ ਨਵਾਂ ਇੰਡੀਆ ਦੀ ਇਕਨੋਮਿਕ ਪਲਾਨਿੰਗ ਲਈ ਜਿਹੜੀ ਆਰਗੇਨਾਈਜੇਸ਼ਨ ਆਈ ਹੈ ਉਹਨੂੰ ਆਪਾਂ ਨੀਤੀ ਆਯੋਗ ਕਹਿੰਦੇ ਆ। ਸੋ ਜਿਹੜੀ ਨੀਤੀ ਆਯੋਗ ਹੈ ਇਹਨੇ ਇੱਕ ਪ੍ਰੋਜੈਕਟ ਸਟਾਰਟ ਕੀਤਾ ਜਿਹਦੇ ਅੰਦਰ ਕੀ ਉਹ 1 ਬਿਲੀਅਨ ਸੈਪਲਿੰਗਸ ਕੀ ਹੁੰਦੇ ਨੇ? ਛੋਟੇ ਪੌਦੇ। ਉਹਨਾਂ ਦਾ ਪ੍ਰੋਜੈਕਟ ਹੈ ਕਿ 1 ਬਿਲੀਅਨ ਸੈਪਲਿੰਗਸ ਲਗਾਊਗੀ ਤੇ ਇਹਦੇ ਵਿੱਚ ਨੀਤੀ ਆਯੋਗ ਨੇ ਜਿਹੜੀ ਲਿਸਟ ਦੇ ਵਿੱਚ ਪਹਿਲੇ ਨੰਬਰ ਤੇ ਡਿਸਟ੍ਰਿਕਟ ਨੂੰ ਲਿਆਂਦਾ ਉਹ ਹੈ ਮੋਗਾ ਡਿਸਟ੍ਰਿਕਟ ਪੰਜਾਬ ਦਾ। Lauding the efforts being made to ensure Moga district's overall development, Niti Aayog has selected it one of the 2 districts in the country where the pilot project of planting a proportionate of 1 billion sapling will be initiated to boost the green cover। ਪਹਿਲੀ ਡਿਸਟ੍ਰਿਕਟ ਹੈ, 2 ਡਿਸਟ੍ਰਿਕਟ ਨੂੰ ਹੀ ਪੂਰੇ ਦੇਸ਼ ਚੋਂ ਸਿਲੈਕਟ ਕੀਤਾ ਹੈ। ਪਹਿਲੀ ਡਿਸਟ੍ਰਿਕਟ ਹੈ ਮੋਗਾ, ਦੂਜੀ ਹੈ ਰਾਂਚੀ ਜੋ ਕਿ ਝਾਰਖੰਡ ਦੇ ਵਿੱਚ ਹੈ। ਸੋ ਟੋਟਲ 90 ਲੱਖ ਸੈਪਲਿੰਗਸ ਲਗਾਏ ਜਾਣਗੇ ਮੋਗਾ ਦੇ ਵਿੱਚ 5 ਸਾਲਾਂ 'ਚ। ਜਿਹੜੇ ਇਨਵਾਇਰਨਮੈਂਟਲਿਸਟ ਨੇ ਉਹਨਾਂ ਨੇ ਕਿਹਾ ਕਿ ਇਹ ਬਹੁਤ ਹੀ ਵਧੀਆ ਗਿਫਟ ਹੈ ਨੀਤੀ ਆਯੋਗ ਦੇ ਵੱਲੋਂ ਵਰਲਡ ਇਨਵਾਇਰਨਮੈਂਟ ਡੇ ਤੇ ਮੋਗਾ ਨੂੰ। ਸੋ ਟੋਟਲ 100 ਕਰੋੜ ਸੈਪਲਿੰਗਸ ਲਗਾਈਆਂ ਜਾਣਗੀਆਂ 112 ਡਿਸਟ੍ਰਿਕਟ ਦੇ ਵਿੱਚ ਅਲੱਗ-ਅਲੱਗ ਫੇਜ਼ਡ ਮੈਨਰ, ਮਤਲਬ ਪਹਿਲਾਂ ਥੋੜੀਆਂ ਜਿਹੀ ਡਿਸਟ੍ਰਿਕਟ ਸਿਲੈਕਟ ਹੋਣਗੀਆਂ ਫਿਰ ਉਸ ਤੋਂ ਬਾਅਦ ਥੋੜੀਆਂ, ਤੇ ਮੋਗਾ ਇਸ ਲਿਸਟ ਵਿੱਚ ਪਹਿਲੇ ਨੰਬਰ ਤੇ ਆਉਂਦਾ। ਸੋ ਇਹ ਬਹੁਤ ਹੀ ਜ਼ਿਆਦਾ ਪੰਜਾਬ ਦੇ ਲਈ ਵਧੀਆ ਗੱਲ ਹੈ ਕਿ ਨੀਤੀ ਆਯੋਗ ਨੇ ਇੱਕ ਸੈਂਟਰ ਲੈਵਲ ਦੀ ਆਰਗੇਨਾਈਜੇਸ਼ਨ ਨੇ ਮੋਗੇ ਤੋਂ ਸਟਾਰਟ ਕਰਨ ਬਾਰੇ ਸੋਚਿਆ। ਸੋ ਨੈਕਸਟ ਇਜ਼ ਵਰਕਸ਼ਾਪ ਔਨ ਇਨਵੈਸਟ ਪੰਜਾਬ ਬਿਜ਼ਨਸ ਫਰਸਟ ਪੋਰਟਲ ਹੈਲਡ। ਹੁਣੀ ਜਿਹੜੇ ਪੰਜਾਬ ਦਾ ਬਿਊਰੋ ਆਫ ਇਨਵੈਸਟਮੈਂਟ ਪ੍ਰਮੋਸ਼ਨ ਹੈ ਜਿਹਨੂੰ ਆਪਾਂ ਇਨਵੈਸਟ ਪੰਜਾਬ ਕਹਿੰਦੇ ਆ, ਪੰਜਾਬ ਦੇ ਵਿੱਚ ਜਿੰਨੀ ਵੀ ਇੰਡਸਟਰੀ ਡਿਵੈਲਪਮੈਂਟ ਹੈ, ਪ੍ਰਮੋਸ਼ਨ ਹੈ, IT ਸੈਕਟਰ ਹੈ ਜਾਂ ਕੋਈ ਬਿਜ਼ਨਸ ਪੋਰਟਲਸ ਨੇ, ਉਹ ਸਾਰਿਆਂ ਦੀ ਇੱਕ ਉਹਨਾਂ ਨੇ ਪਾਲਿਸੀ ਤਿਆਰ ਕਰ ਦਿੱਤੀ ਹੈ, ਇੱਕ ਆਰਗੇਨਾਈਜੇਸ਼ਨ ਦੇ ਅੰਡਰ ਲੈ ਆਏ ਨੇ। ਉਹ ਆਰਗੇਨਾਈਜੇਸ਼ਨ ਕਿਹੜੀ ਹੈ? ਇਨਵੈਸਟ ਪੰਜਾਬ। ਸੋ ਜਿਹੜੀ ਇਨਵੈਸਟ ਪੰਜਾਬ ਹੈ ਇਹਨੂੰ ਲੈ ਕੇ ਬਿਜ਼ਨਸ ਫਰਸਟ ਪੋਰਟਲ ਇਹਦੇ ਉੱਤੇ ਇੱਕ ਅਵੇਅਰਨੈਸ ਕੈਂਪੇਨ ਚਲਾਇਆ ਕਿਹਨੇ? ਪੰਜਾਬ ਬਿਊਰੋ ਆਫ ਇਨਵੈਸਟਮੈਂਟ ਪ੍ਰਮੋਸ਼ਨ ਤੇ CII ਨੇ। ਸੋ ਬੇਸਿਕਲੀ ਜਿਹੜਾ ਇਹ ਸੈਸ਼ਨ ਸੀਗਾ ਇਹ ਅਲੱਗ-ਅਲੱਗ ਤਰ੍ਹਾਂ ਦੇ ਜਿੰਨੇ ਵੀ ਇੰਡਸਟਰੀ ਤੇ ਕਾਮਰਸ ਦੇ ਇਸ ਡਿਪਾਰਟਮੈਂਟ ਦੇ ਮੈਨੇਜਰਸ ਨੇ ਅੰਮ੍ਰਿਤਸਰ ਤੋਂ ਤਰਨਤਾਰਨ, ਬਟਾਲਾ, ਪਠਾਨਕੋਟ ਇਹਨਾਂ ਸਾਰੇ ਨੇ ਅਟੈਂਡ ਕੀਤਾ ਤੇ ਨਾਲ ਹੀ ਪੰਜਾਬ ਗਵਰਨਮੈਂਟ ਦੇ ਜਿਹੜੇ ਪਾਲਿਸੀ ਇੰਪਲੀਮੈਂਟੇਸ਼ਨ ਯੂਨਿਟ ਦੇ ਡੈਪੂਟੀ ਡਾਇਰੈਕਟਰ ਨੇ ਵਿਸ਼ਵ ਬੰਧੂ, ਉਹਨਾਂ ਨੇ ਵੀ ਇਸ ਨੂੰ ਅਟੈਂਡ ਕੀਤਾ। ਸੋ ਬੇਸਿਕਲੀ ਜਿਹੜਾ ਬਿਜ਼ਨਸ ਫਰਸਟ ਪੋਰਟਲ ਹੈ ਇਹ ਹੈ ਕੀ ਹੈ? ਜਿਹਦੇ ਉੱਤੇ ਅਵੇਅਰਨੈਸ ਕ੍ਰੀਏਟ ਕਰਵਾਈ ਗਈ। ਸੋ ਇੱਕ ਸਿੰਗਲ ਟਰਾਂਸਪੇਰੈਂਟ ਇੰਟਰਫੇਸ ਹੈ ਪੂਰੇ ਆਪਣੇ ਜਿੰਨੇ ਵੀ ਪੰਜਾਬ ਦੇ ਵਿੱਚ ਇੰਡਸਟਰੀ ਨੂੰ ਲੈ ਕੇ ਕੋਈ ਰੂਲਸ ਨੇ, ਕੋਈ ਫੰਡਿੰਗ ਨੂੰ ਲੈ ਕੇ, ਕੋਈ ਇਨਵੈਸਟਮੈਂਟ ਨੂੰ ਲੈ ਕੇ ਜਿੰਨੀਆਂ ਵੀ ਸਰਵਿਸਿਜ਼ ਹੁੰਦੀਆਂ ਨੇ ਉਹ ਸਾਰੀਆਂ ਇਸ ਇੱਕ ਜਗ੍ਹਾ ਦੇ ਅੰਡਰ ਆਪਾਂ ਦੇਖ ਸਕਦੇ ਹਾਂ। ਇਹਦੇ ਅੰਦਰ ਉਹਨਾਂ ਦਾ ਜਿਹੜਾ ਲਾਈਫ ਸਾਈਕਲ ਹੈ ਉਹ ਚੱਲਦਾ ਰਹਿੰਦਾ। ਸੋ ਇਹਦੇ ਵਿੱਚ ਉਹਨਾਂ ਨੇ ਇਹ ਦੱਸਿਆ ਕਿ ਅਵੇਅਰਨੈਸ ਕੈਂਪੇਨ ਦੇ ਅੰਦਰ ਕਿ ਜਿਹੜਾ ਬਿਜ਼ਨਸ ਫਰਸਟ ਪੋਰਟਲ ਹੈ ਉਹਦੇ ਵਿੱਚ ਕੁਝ ਚੇਂਜਿਸ ਦੀ ਜ਼ਰੂਰਤ ਹੈ ਕਿਉਂਕਿ ਆਪਾਂ ਨੂੰ ਪਤਾ ਹੈ ਕਿ ਜਿਹੜੀ ਆਪਣੀ ਇਕੋਨਮੀ ਹੈ ਉਹ ਡਾਇਨਾਮਿਕ ਹੈ, ਉਹ ਥੋੜੇ ਟਾਈਮ ਬਾਅਦ ਟੈਕਨੋਲੋਜੀ ਦੇ ਅਕੋਰਡਿੰਗ ਜਿਵੇਂ ਟੈਕਨੋਲੋਜੀ ਬਦਲਦੀ ਹੈ ਤਾਂ ਕੁਝ ਚੇਂਜਿਸ ਵੀ ਭਾਲਦੀ ਹੈ। ਸੋ ਉਹਨਾਂ ਨੇ ਕਿਹਾ ਕਿ ਇਟ ਵਾਸ ਹਾਈ ਟਾਈਮ that the industry required to be apprised of its features।
10th is Punjab CM to unveil Malerkotla as district on 7th June. 7 ਜੂਨ ਨੂੰ ਪੰਜਾਬ ਦੇ ਚੀਫ ਮਿਨਿਸਟਰ ਕੈਪਟਨ ਅਮਰਿੰਦਰ ਸਿੰਘ ਜੀ ਨੇ ਫਾਈਨਲੀ ਮਲੇਰਕੋਟਲਾ ਡਿਸਟ੍ਰਿਕਟ ਦੀ ਇਨੋਗ੍ਰੇਸ਼ਨ ਕੀਤੀ। ਸੋ ਮਲੇਰਕੋਟਲਾ 23rd ਡਿਸਟ੍ਰਿਕਟ ਬਣ ਗਿਆ ਪੰਜਾਬ ਦਾ 7 ਜੂਨ ਨੂੰ। ਸੋ ਦਿਸ ਡੇ ਇਜ਼ ਵੈਰੀ ਇੰਪੋਰਟੈਂਟ, ਯੂ ਮਸਟ ਰਿਮੈਂਬਰ ਕਿ 7 ਜੂਨ ਨੂੰ ਫਾਰਮਲੀ ਇਨੋਗ੍ਰੇਟ ਕੀਤਾ ਹੈ। ਪਹਿਲਾਂ ਜਿਹੜੀ ਡੇਟ ਸੀ ਉਹ 5 ਜੂਨ ਰੱਖੀ ਗਈ ਸੀ, ਬਟ ਫਿਰ ਉਹ ਪੋਸਟਪੋਨ ਕਰਕੇ 7 ਜੂਨ ਕਰਤੀ ਸੀ। ਤੇ ਮਲੇਰਕੋਟਲਾ ਡਿਸਟ੍ਰਿਕਟ ਦੇ ਪਹਿਲੇ ਡੀਸੀ ਕੌਣ ਹੈ? IAS ऑफिसर अमृत कौर गिल जी। नैक्सट अमृत कौर गिल एक मलेरकोटला दे पहले फर्स्ट डेप्यूटी कमिश्नर ने ते नाल ही उरे एक SSP आए ने ते होर बहुत सारिया विमेन ऑफिसर्स जिवें एक महिला थाना भी बनाया गया है। सो मेनली विमेन नू उरे एम्पावरमेंट दी एक परफेक्ट एग्जाम्पल आपां देख सकते हैं मलेरकोटला डिस्ट्रिक्ट दे विच। 11th इज टोक्यो ओलंपिक्स। ਜਿਹੜੇ ਆਪਣੇ ਪੰਜਾਬ ਦੇ ਸ਼ਾਟ ਪੁੱਟਰ ਨੇ ਤਜਿੰਦਰਪਾਲ ਸਿੰਘ ਧੂਰ, ਇਹਨਾਂ ਨੇ 올림픽 ਦੇ ਲਈ ਕੁਆਲੀਫਾਈ ਕਰ ਲਿਆ। ਸੋ ਪਟਿਆਲਾ ਦੇ ਵਿੱਚ ਇੰਡੀਅਨ ਗ੍ਰੈਂਡ ਪ੍ਰਿਕਸ 4 ਕੰਪੀਟੀਸ਼ਨ ਕਰਵਾਇਆ ਗਿਆ ਸੀ, ਜਿਹਦੇ ਅੰਦਰ ਉਹਨਾਂ ਨੂੰ ਇੱਕ ਰਿਕਾਰਡ ਤੋੜਨਾ ਸੀ ਸੋ ਦੈਟ ਉਹ 올림픽ਸ ਦੇ ਲਈ ਜਿਹੜੀਆਂ ਟੋਕੀਓ ਚ ਹੋਣੀਆਂ ਨੇ ਉਹਦੇ ਲਈ ਕੁਆਲੀਫਾਈ ਕਰ ਸਕਣ। 26 ਸਾਲ ਦੇ ਤਜਿੰਦਰਪਾਲ ਸਿੰਘ ਧੂਰ ਨੇ 올림픽 ਕੁਆਲੀਫਿਕੇਸ਼ਨ ਮਾਰਕ ਸੀ ਜਿਹੜਾ 21.10 ਮੀਟਰ ਦਾ, ਉਹ ਤਾਂ ਕ੍ਰਾਸ ਕੀਤਾ ਹੀ ਕੀਤਾ ਤੇ ਨਾਲ ਨੈਸ਼ਨਲ ਰਿਕਾਰਡ ਵੀ ਨਵਾਂ ਬਣਾਤਾ 21.49 ਮੀਟਰ ਦਾ। ਸੋ ਉਹਨਾਂ ਨੇ 21.49 ਮੀਟਰ ਆਪਣੇ ਪਹਿਲੇ ਅਟੈਂਪਟ ਦੇ ਵਿੱਚ ਥਰੋ ਕੀਤਾ ਤੇ ਨੈਸ਼ਨਲ ਰਿਕਾਰਡ ਤੋੜਤਾ। ਇਹ ਬਹੁਤ ਇੰਪੋਰਟੈਂਟ ਹੈ, ਤੁਸੀਂ ਇਹ ਨਵਾਂ ਰਿਕਾਰਡ ਵੀ ਯਾਦ ਰੱਖਣਾ ਹੈ ਤੇ ਪਹਿਲਾ ਕਿੰਨਾ ਰਿਕਾਰਡ ਸੀ ਉਹ ਵੀ ਯਾਦ ਰੱਖਣਾ ਹੈ। ਸੋ ਧੂਰ ਹੈਡ ਵਨ ਅ 골ਡ ਮੈਡਲ 2018 ਦੀ ਏਸ਼ੀਅਨ ਗੇਮਸ ਦੇ ਵਿੱਚ ਵੀ ਇਹਨਾਂ ਨੇ 골ਡ ਮੈਡਲ ਜਿੱਤਿਆ ਸੀ। ਤੇ ਹੁਣ ਇਹਨਾਂ ਦਾ ਜਿਹੜਾ ਪਿਛਲੇ 올림픽 ਦਾ ਟਾਰਗੇਟ ਸੀ, ਜਿਹੜਾ ਕਿ ਪਿਛਲੇ 올림픽 ਜਿਨ੍ਹਾਂ ਨੇ ਇਸ ਕੈਟਾਗਰੀ ਦੇ ਅੰਦਰ 골ਡ ਮੈਡਲ ਜਿੱਤਿਆ ਸੀ ਰੀਓ ਦੇ ਵਿੱਚ ਜਿਹੜੀਆਂ ਹੋਈਆਂ ਸੀ, ਉਹ ਸੀ US ਦੇ ਰਿਆਨ ਕਰਾਊਜ਼ਰ ਨੇ 22.52 ਮੀਟਰ ਦੇ ਸ਼ਾਟ ਪੁੱਟ ਸਿੱਟ ਕੇ ਉਹਨਾਂ ਨੇ 골ਡ ਮੈਡਲ ਜਿੱਤਿਆ ਸੀ। ਸੋ ਹੁਣ ਇਹਨਾਂ ਨੇ ਜਿਹੜਾ ਇਹਨਾਂ ਦਾ ਟਾਰਗੇਟ ਹੈ ਤਜਿੰਦਰਪਾਲ ਸਿੰਘ ਧੂਰ ਦਾ ਉਹ ਥੋੜਾ ਹਾਈ ਹੈ, ਬਟ ਇਹਨਾਂ ਨੇ ਅਸ਼ੋਰ ਕੀਤਾ ਤੇ ਪੂਰੇ ਕੌਨਫੀਡੈਂਟ ਨੇ ਕਿ ਇਹ 골ਡ ਮੈਡਲ ਲੈ ਕੇ ਹੀ ਆਉਣਗੇ ਇਸ ਸਾਲ ਦੇ ਟੋਕੀਓ 올림픽ਸ ਚੋਂ। ਸੋ ਤੁਸੀਂ ਇਹ ਵੀ ਯਾਦ ਰੱਖਣਾ ਹੈ ਕਿ 2016 ਦੇ 올림픽 ਚ ਕਿਹਨੇ 골ਡ ਮੈਡਲ ਜਿੱਤਿਆ ਸੀ ਸ਼ਾਟ ਪੁੱਟ ਤੇ ਉਹਨਾਂ ਦਾ ਰਿਕਾਰਡ ਕਿੰਨੇ ਦਾ ਸੀ। 12th is Manpreet Singh named captain of men's hockey team for Olympics। ਟੋਕੀਓ 올림픽ਸ ਦੇ ਲਈ ਮਿਡਫੀਲਡਰ ਮਨਪ੍ਰੀਤ ਸਿੰਘ ਨੇ ਜਿਹੜੇ ਪੰਜਾਬ ਤੋਂ ਬਿਲੋਂਗ ਕਰਦੇ ਨੇ ਉਹ ਕੈਪਟਨ ਰਹਿਣਗੇ ਤੇ 16 ਮੈਂਬਰ ਦੀ 올림픽 ਬਾਉਂਡ ਇੰਡੀਆ ਮੈਨ ਹਾਕੀ ਟੀਮ ਰਹੂਗੀ ਤੇ ਇਹਦੇ ਵਿੱਚ ਜਿਹੜੇ ਡਿਫੈਂਡਰ ਰਹਿਣਗੇ ਉਹ ਕੌਣ ਨੇ? ਵੀਰੇਂਦਰ ਲਾਕਰਾ ਤੇ ਹਰਮਨਪ੍ਰੀਤ ਸਿੰਘ ਤੇ ਇਹ ਵਾਈਸ ਕੈਪਟਨ ਵੀ ਹੈ। ਸੋ ਇਹ ਵਾਲਾ 올림픽 ਹੈ ਜਿਹੜਾ ਟੋਕੀਓ ਵਾਲਾ, ਇਹ ਮਨਪ੍ਰੀਤ ਸਿੰਘ ਦਾ 3rd 올림픽 ਹੋਊਗਾ ਤੇ ਮਨਪ੍ਰੀਤ ਦੀ ਕੈਪਟੈਂਸੀ ਦੇ ਅੰਦਰ ਇੰਡੀਅਨ ਹਾਕੀ ਟੀਮ ਨੇ ਏਸ਼ੀਆ ਕੱਪ ਜਿੱਤਿਆ 2017 ਚ, ਏਸ਼ੀਅਨ ਚੈਂਪੀਅਨਸ਼ਿਪ ਟਰਾਫੀ 2018 ਜਿੱਤੀ ਤੇ FIH ਸੀਰੀਜ਼ ਫਾਈਨਲ 2019 ਜਿੱਤਿਆ। ਸੋ ਇਹਨਾਂ ਦੇ ਨਾਮ ਨਾਲ ਕਾਫੀ ਵਧੀਆ ਵਿਕਟਰੀਜ਼ ਇੰਡੀਅਨ ਹਾਕੀ ਟੀਮ ਦੀਆਂ ਜੁੜੀਆਂ ਹੋਈਆਂ ਨੇ ਤੇ ਪੰਜਾਬ ਦੀ ਫਾਰਮਿੰਗ ਖੇਤੀਬਾੜੀ ਵਾਲੇ ਪਰਿਵਾਰ ਤੋਂ ਬਿਲੋਂਗ ਕਰਦੇ ਨੇ। ਮਿੱਠਾਪੁਰ ਵਿਲੇਜ ਜਿਹੜੀ ਕਿ ਜਲੰਧਰ ਸਿਟੀ ਦੇ ਆਊਟਸਕਰਟਸ ਬਾਹਰ ਹੈ। ਤੇ ਇੱਕ ਹੋਰ ਬਹੁਤ ਹੀ ਇੰਪੋਰਟੈਂਟ ਚੀਜ਼ ਹੈ ਕਿ ਜਿਹੜੇ ਫਾਰਮਰ ਇੰਡੀਅਨ ਹਾਕੀ ਕੈਪਟਨ ਸੀ ਪਦਮ ਸ਼੍ਰੀ ਪ੍ਰਗਟ ਸਿੰਘ ਜੀ, ਉਹ ਵੀ ਇਹਨਾਂ ਦੇ ਪਿੰਡ ਤੋਂ ਹੀ ਬਿਲੋਂਗ ਕਰਦੇ ਨੇ। ਸੋ ਉਹਨਾਂ ਤੋਂ ਹੀ ਇਨਸਪੀਰੇਸ਼ਨ ਲੈ ਕੇ ਉਹਨਾਂ ਨੂੰ ਹੀ ਆਪਣਾ ਇੱਕ ਆਈਡਲ ਮੰਨ ਕੇ ਮਨਪ੍ਰੀਤ ਸਿੰਘ ਨੇ ਹਾਕੀ ਸਪੋਰਟ ਨੂੰ ਚੂਜ਼ ਕੀਤਾ। So our last current affair from June 2021 related to Punjab state specifically is women at the helm in Punjab's new district Malerkotla। So ਆਪਾਂ ਨੇ ਪਹਿਲਾਂ ਵੀ ਗੱਲ ਕੀਤੀ ਕਿ ਮਲੇਰਕੋਟਲਾ ਦੇ ਵਿੱਚ ਜਿੰਨੀਆਂ ਵੀ ਮੇਨ ਟੌਪ ਆਫਿਸਰਸ ਨੇ ਉਹ ਇਸ ਟਾਈਮ ਵਿਮਨ ਹੈ। ਸੋ ਵਿਮਨ ਇੰਪਾਵਰਮੈਂਟ ਦੀ ਇੱਕ ਬਹੁਤ ਹੀ ਵਧੀਆ ਐਗਜ਼ਾਮਪਲ ਹੈ ਤੇ ਇਹਦੇ ਵਿੱਚ ਨੂੰ ਆਪਾਂ ਦੇਖਦੇ ਹਾਂ ਕਿ ਮੇਨ 4 ਕਿਹੜੀਆਂ ਪੋਜੀਸ਼ਨ ਤੇ ਵਿਮਨ ਨੇ। ਸੋ ਜਿਹੜੀ ਮਲੇਰਕੋਟਲਾ ਕਨਸਟੀਚੁਐਂਸੀ ਨੂੰ ਰੈਪਰੈਜ਼ੈਂਟ ਕਰ ਰਹੀ ਹੈ ਇੱਕ ਵਿਮਨ ਲੈਜਿਸਲੇਟਰ ਰਜ਼ੀਆ ਸੁਲਤਾਨਾ ਜੀ, ਜਿਹੜੀ ਕਿ ਆਪਣੇ ਪੰਜਾਬ ਸਟੇਟ ਦੀ ਟਰਾਂਸਪੋਰਟ ਮਿਨਿਸਟਰ ਹੈ। ਨਾਲ ਹੀ ਜਿਹੜੀ ਮਲੇਰਕੋਟਲਾ ਨਗਰ ਕਾਉਂਸਲ ਦੀ ਹੈਡ ਹੈ ਉਹ ਵੀ ਇੱਕ ਵਿਮਨ ਹੈ ਨਸਰੀਨ ਅਸ਼ਰਫ ਜੀ। ਦੈਨ DC ਮਲੇਰਕੋਟਲਾ 2010 IAS ਦੇ ਬੈਚ ਦੀ ਆਫਿਸਰ ਅੰਮ੍ਰਿਤ ਕੌਰ ਗਿੱਲ ਜੀ। ਦੈਨ
IPS ऑफिसर ਮਲੇਰਕੋਟਲਾ डिस्ट्रिक्ट ਦੀ ਪਹਿਲੀ SSP ਕਮਰਦੀਪ ਕੌਰ। ਸੋ ਇਹ ਇੰਪੋਰਟੈਂਟ 4 ਨਾਮ ਤੁਸੀਂ ਯਾਦ ਰੱਖਣੇ ਹੈ ਤੇ ਐਗਜ਼ਾਮ ਦੇ ਵਿੱਚ ਚਾਹੇ ਕੋਈ ਵੀ ਅਪਕਮਿੰਗ ਐਗਜ਼ਾਮ ਹੈ ਤੁਸੀਂ 100% ਐਕਸਪੈਕਟ ਕਰ ਸਕਦੇ ਹੋ ਕਿ ਮਲੇਰਕੋਟਲਾ ਨਾਲ ਰਿਲੇਟਡ 1 ਜਾਂ 2 ਕੁਐਸਚਨ ਐਗਜ਼ਾਮ ਦੇ ਵਿੱਚ ਤੁਹਾਨੂੰ ਦੇਖਣ ਨੂੰ ਜ਼ਰੂਰ ਮਿਲਣਗੇ। ਸੋ ਜਿੰਨੇ ਵੀ ਇੰਪੋਰਟੈਂਟ ਫੈਕਟਸ ਨੇ ਚਾਹੇ ਆਪਾਂ ਨੇ ਮਈ ਮੰਥ ਦੇ ਕਰੰਟ ਅਫੇਅਰਸ ਕਵਰ ਕੀਤੇ ਆ ਮਲੇਰਕੋਟਲਾ ਨੂੰ ਲੈ ਕੇ ਜਾਂ ਫਿਰ ਜੂਨ ਮੰਥ ਵਿੱਚ 2-3 ਨਿਊਜ਼ ਆਪਾਂ ਨੇ ਪੜ੍ਹੀਆਂ ਤੁਸੀਂ ਸਾਰੀਆਂ ਚੰਗੀ ਤਰ੍ਹਾਂ ਯਾਦ ਰੱਖਣੀਆਂ ਨੇ। ਸੋ ਇਹ ਸੀ ਆਪਣੇ ਜੂਨ ਮਹੀਨੇ ਦੇ ਸਾਰੇ ਇੰਪੋਰਟੈਂਟ ਕਰੰਟ ਅਫੇਅਰ ਸਿਰਫ ਪੰਜਾਬ ਸਟੇਟ ਨੂੰ ਲੈ ਕੇ। So I hope you liked my video. Please do subscribe to my channel and keep supporting and like, share and comment as well. Thank you so much.